ਤੁਸੀਂ ਉਸ ਸਮੇਂ ਕਿੱਥੇ ਮੌਜੂਦ ਸੀ ਜਦੋਂ ਇਹ ਘਟਨਾ ਹੁੰਦੀ ਆ? ਜਦੋਂ ਚੈਂਬਰ ਕੰਪਲੈਕਸ 1 ਹੈਗਾ ਤੇ 2 ਹੈ, ਜਦੋਂ ਅਸੀਂ ਉਹਦੇ ਜਾਂਦੇ ਆ ਤਾਂ ਰਸਤੇ 'ਚ ਨਾ ਇੱਕ ਸੈਂਟਰ 'ਚ ਜਗ੍ਹਾ ਆਉਂਦੀ ਹੈ, ਉਹ ਜੁਆਇਨਿੰਗ ਵਾਲੀ ਜਗ੍ਹਾ ਹੈਗੀ ਹੈ। ਉਹਦੇ ਲੈਫਟ ਹੈਂਡ ਸਾਈਡ ਤੇ ਨਾ ਕੋਰਟਸ ਹੈਗੀਆਂ ਨੇ, ਉਸ ਜਗ੍ਹਾ ਤੇ ਧਮਾਕਾ ਹੋਇਆ ਹੈ। ਕਾਪੀ ਏਜੰਸੀ ਬ੍ਰਾਂਚ ਦੇ ਬਿਲਕੁਲ ਸਾਹਮਣੇ ਤੇ ਵਾਸ਼ਰੂਮ ਦੇ ਅੰਦਰ। ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਾਂ ਹੋਰ ਸਿਕਿਉਰਿਟੀ ਏਜੰਸੀਜ਼ ਵੱਲੋਂ ਇੱਥੇ ਰੱਖਿਆ ਜਾਂਦਾ, ਕਿਸ ਤਰ੍ਹਾਂ ਦੀ ਚੈਕਿੰਗ ਜਿਹੜੀ ਇੱਥੇ ਕੀਤੀ? ਲਓ ਸਰ, ਸਾਡੀ ਕਚਹਿਰੀ ਦੇ ਵਿੱਚ ਨਾ ਸ਼ਾਮ ਨੂੰ 6 ਵਜੇ ਤੋਂ ਬਾਅਦ ਜਾ ਕੇ ਜੋ ਮਰਜ਼ੀ ਕਰ ਲਓ, ਜਿਹੜਾ ਮਰਜ਼ੀ ਤਾਲਾ ਤੋੜ ਲਓ। ਈਵਨ ਕਿ ਕਈ ਵਾਰੀ ਤਾਂ ਸਾਡੀ ਜਿਹੜੀ ਪੁਲਿਸ ਪੋਸਟ ਹੈਗੀ ਆ ਉੱਥੇ, ਉਹਨੂੰ ਵੀ ਲੌਕ ਲੱਗਿਆ ਹੁੰਦਾ। ਹੋਰ ਤਾਂ ਤੁਸੀਂ ਕੀ ਕਰੋਗੇ? ਉੱਥੇ 4 ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੋਈ ਹੈ। ਉਹ 4 ਪੁਲਿਸ ਵਾਲੇ ਬਿਲਕੁਲ ਬਾਹਰ ਬਹਿੰਦੇ ਆ, ਉੱਥੇ ਹੀ ਸੌਂਦੇ ਆ, ਰੋਟੇਸ਼ਨ 'ਚ ਉਹਨਾਂ ਦੀ ਡਿਊਟੀ ਚੱਲਦੀ ਹੈ। ਉਹਦੇ ਚੋਰੀ ਹੋ ਜਾਂਦੀ ਹੈ ਪੁਲਿਸ ਦੀ ਮੌਜੂਦਗੀ ਦੀ, ਪੁਲਿਸ ਵਾਲਿਆਂ ਦੀ ਮੌਜੂਦਗੀ 'ਚ, ਤੇ ਇੱਕ ਵੀ ਪੁਲਿਸ ਵਾਲਾ ਸਸਪੈਂਡ ਨਹੀਂ ਹੁੰਦਾ। ਹੁਣ ਤੁਸੀਂ ਦੱਸੋ ਵੀ ਇਹਦੇ 'ਚ ਕਿਹਦੀ ਮਿਲੀ ਭੁਗਤ ਹੈ? ਪਿਛਲੇ 10 ਦਿਨ ਦੇ ਵਿੱਚ ਐਡਵੋਕੇਟਸ ਦੇ ਚੈਂਬਰ ਦੇ ਅੰਦਰੋਂ ਲੈਪਟਾਪਸ ਚੋਰੀ ਹੋ ਗਏ, ਹੈਰੋਇਨ ਸੀਗੀ ਮਾਲਖਾਨੇ 'ਚੋਂ ਚੋਰੀ ਹੋ ਗਈ, ਆਹ ਲੈਪਟਾਪ ਚੋਰੀ ਹੋ ਗਏ, ਸਕੂਟਰ ਮੋਟਰਸਾਈਕਲ ਰੋਜ਼ ਚੋਰੀ ਹੋ ਰਹੇ ਆ। ਉੱਥੇ ਮੈਟਲ ਡਿਟੈਕਟਰ ਹੈ ਨਹੀਂ ਗੇ, ਲੱਕੜ ਦੇ ਪੀਸ ਆ। ਜੇ ਇਹਨਾਂ 'ਚੋਂ ਇੱਕ ਵੀ ਗੱਲ ਝੂਠੀ ਹੋਵੇ, ਤੁਸੀਂ ਜੋ ਕਹਿਣਾ ਸੋ ਦੇਣਾ। ਸਿਕਿਉਰਿਟੀ ਦੀ ਕਿੰਨੇ ਜਗ੍ਹਾ ਤੇ ਕਿੰਨੇ ਰਸਤਿਆਂ ਦੇ ਉੱਪਰ ਜਿਹੜੇ ਨੇ ਪੁਲਿਸ ਦਾ ਪਹਿਰਾ ਹੈਗਾ ਜਾਂ ਸਿਕਿਉਰਿਟੀ ਅਰੇਂਜਮੈਂਟਸ ਹੈਗੇ? ਜਾਣ ਕੇ ਕਰਦੇ ਆ, ਜਾਣ ਕੇ ਨਹੀਂ ਮਿਲਦੇ। ਹਾਂ, ਕਰਨਾ ਹੀ ਨਹੀਂ ਚਾਹੁੰਦੇ। ਉਹ ਕਹਿੰਦੇ ਸਾਨੂੰ ਕੋਈ ਪੁੱਛਣ ਵਾਲਾ ਹੀ ਹੈ ਨਹੀਂਗਾ। ਜਦੋਂ ਬਲਾਸਟ ਹੋ ਜਾਂਦਾ, ਤੁਸੀਂ ਨੇ ਦੱਸਿਆ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਅੱਖੀਂ ਦੇਖਿਆ, ਚੱਲਦੇ ਫਿਰਦੇ ਬੰਦੇ ਨਾ ਇੱਕਦਮ ਧੂਏ ਤੇ ਮਿੱਟੀ ਦੇ ਗੁਬਾਰ 'ਚ, ਕੋਈ ਥੱਲੇ ਫਸ ਗਿਆ, ਕੋਈ ਭੱਜ ਗਿਆ, ਕੋਈ ਚੀਕ ਚਹਾੜਾ ਪਾ ਰਿਹਾ, ਕੋਈ ਕਹਿ ਰਿਹਾ ਜੀ ਇੱਥੇ ਸੀਰੀਅਲ ਬੰਬ ਹੋਣਗੇ। ਤੇ ਸਾਡਾ ਦੋਸਤ ਵੀ ਉੱਥੇ ਅਸੀਂ ਦੇਖਿਆ। ਉਹ 2 ਸਾਲ 'ਚ ਮੈਂ 12 ਚਿੱਠੀਆਂ ਲਿਖੀਆਂ ਸੀਗੀਆਂ ਕਮਿਸ਼ਨਰ ਆਫ ਪੁਲਿਸ ਨੂੰ। ਉਦੋਂ ਸਾਡੇ ਮਿਸਟਰ ਕਰਮਜੀਤ ਸਿੰਘ ਕੰਗ ਇੱਥੇ ਸੈਸ਼ਨ ਜੱਜ ਸੀਗੇ, ਉਹਨਾਂ ਦੇ ਆਫਿਸ ਤੋਂ ਵੀ ਭੇਜੀ, ਪਰ ਉਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸੀ। ਡੀਸੀ ਦਫ਼ਤਰ ਦੇ ਬਾਹਰ ਇੱਕ ਵੀ ਕੋਈ ਪੁਲਿਸ ਵਾਲਾ ਜੇ ਰਾਤ ਨੂੰ ਖੜਾ ਤੁਹਾਨੂੰ ਮਿਲ ਜੇ, ਜਾਂ ਕਮਿਸ਼ਨਰ ਦਫ਼ਤਰ ਦੇ ਬਾਹਰ ਵੀ ਮਿਲ ਜੇ, ਮੈਂ ਕਹਿੰਦਾ ਤੁਸੀਂ ਕਦੇ ਵੀ ਅੱਜ ਤੋਂ 10-12 ਦਿਨ ਬਾਅਦ ਸਟਿੰਗ ਕਰ ਲਿਓ। ਰਾਤ ਨੂੰ ਦਰਵਾਜ਼ੇ ਲੌਕ ਹੁੰਦੇ ਆ, ਜੇ ਕੋਈ ਵਕੀਲ ਅੰਦਰ ਹੁੰਦਾ ਤਾਂ ਉਹ ਲੌਕ ਤੋੜ ਕੇ ਆਉਣਾ ਪੈਂਦਾ। ਉਹ ਇੱਕ ਵਾਰੀ ਲਾ ਕੇ ਚਲੇ ਜਾਂਦੇ ਆ, ਬਸ ਦੁਬਾਰਾ ਉੱਥੇ ਲੱਭਦਾ ਹੀ ਨਹੀਂ ਕੋਈ। ਸਤਿ ਸ਼੍ਰੀ ਅਕਾਲ ਦੋਸਤੋ, ਪ੍ਰਾਈਡ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ। ਮੈਂ ਸੰਸਾਰਦੀਪ। ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਦੁਪਹਿਰ ਦਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ, ਕਾਰਨ ਕਿ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਇੱਕ ਜ਼ੋਰਦਾਰ ਧਮਾਕਾ ਹੁੰਦਾ, ਜੋ ਪੰਜਾਬ ਦਾ ਮਾਹੌਲ ਕੁਝ ਦਿਨ ਪਹਿਲਾਂ ਤੋਂ ਬੇਅਦਬੀਆਂ ਦੇ ਮਾਧਿਅਮ ਰਾਹੀਂ ਵਿਗੜਨਾ ਸ਼ੁਰੂ ਹੋਇਆ ਸੀ। ਬੇਅਦਬੀਆਂ ਹੁੰਦੀਆਂ ਨੇ, ਉਸ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਸੀ ਕਿ ਹੁਣ ਮਾਹੌਲ ਜਿਹੜਾ ਇੱਕ ਨੋਰਮਲ ਹੋ ਜਾਊਗਾ, ਪਰ ਏਜੰਸੀਆਂ ਦੀਆਂ ਇਨਫੋਰਮੇਸ਼ਨਸ ਜਾਂ ਪੁਲਿਸ ਫੇਲੀਅਰ ਉਸ ਸਮੇਂ ਨਿਕਲ ਕੇ ਸਾਹਮਣੇ ਆਉਂਦਾ ਜਦੋਂ ਇੱਕਦਮ ਦੁਪਹਿਰੇ ਖਬਰ ਆਉਂਦੀ ਹੈ ਕਿ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਬਹੁਤ ਵੱਡਾ ਇੱਕ ਬੰਬ ਬਲਾਸਟ ਹੋਇਆ, ਜਿਸ ਦੇ ਵਿੱਚ ਨੁਕਸਾਨ ਜਿਹੜਾ ਕਾਫੀ ਹੋਇਆ, ਜਾਨੀ ਨੁਕਸਾਨ ਵੀ ਦੱਸਿਆ ਜਾਂਦਾ ਕਿ ਹੋਇਆ। ਫੇਲੀਅਰ ਕਿੱਥੇ ਆ ਤੇ ਉਸ ਸਮੇਂ ਦਾ ਮਾਹੌਲ ਕੀ ਸੀ, ਉਸ ਸਮੇਂ ਦੇ ਚਸ਼ਮਦੀਦ ਜ਼ਿਆਦਾ ਬਿਹਤਰ ਤਰੀਕੇ ਨਾਲ ਦੱਸ ਸਕਦੇ ਨੇ। ਇਸ ਤਰ੍ਹਾਂ ਦਾ ਹੀ ਇੱਕ ਚਸ਼ਮਦੀਦ ਅਸੀਂ ਲੈ ਕੇ ਤੁਹਾਡੇ ਤੱਕ ਪਹੁੰਚੇ ਹਾਂ। ਐਡਵੋਕੇਟ ਨੇ ਬਾਈ ਹਰਜੋਤ ਨੇ, ਜਿਹੜੇ ਉਸ ਸਮੇਂ ਇਹਨਾਂ ਤੋਂ ਕੁਝ ਕਦਮਾਂ ਦੀ ਦੂਰੀ ਦੇ ਉੱਪਰ ਇਹ ਜਿਹੜਾ ਬਲਾਸਟ ਹੁੰਦਾ, ਸਾਰੀ ਘਟਨਾ ਹੁੰਦੀ, ਇਹਨਾਂ ਨੇ ਅੱਖੀਂ ਦੇਖੀ ਆ। ਜ਼ਖਮੀਆਂ ਦੀ ਮਦਦ ਵੀ ਕਰਦੇ ਨੇ। ਗੱਲਬਾਤ ਬਾਈ ਦੇ ਨਾਲ ਕਰਦੇ ਆ। ਐਡਵੋਕੇਟ ਸਾਹਿਬ, ਬਹੁਤ ਬਹੁਤ ਸਵਾਗਤ। ਹੈਲੋ ਸਰ। ਸਰ, ਮਾਹੌਲ ਇੱਕਦਮ ਦਹਿਸ਼ਤ ਦਾ ਬਣਿਆ ਹੋਇਆ ਲੁਧਿਆਣੇ ਦੇ ਵਿੱਚ, ਨਾ ਸਿਰਫ ਲੁਧਿਆਣੇ ਦੇ ਵਿੱਚ ਸਗੋਂ ਤੇ ਸਾਰੇ ਪੰਜਾਬ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਜੇਕਰ ਗੱਲ ਕਰੀਏ ਬਲਾਸਟ ਦੀ, ਤਾਂ ਕਿੰਨਾ ਕੁ ਸਮਾਂ ਉਸ ਸਮੇਂ ਸੀਗਾ ਜਦੋਂ ਇਹ ਬਲਾਸਟ ਜਿਹੜਾ ਹੁੰਦਾ, ਕੀ ਟਾਈਮਿੰਗ ਉਸ ਸਮੇਂ ਸੀਗੀ? ਸਰ ਤਕਰੀਬਨ ਅਰਾਊਂਡ 12:25 ਜਾਂ 12:20 ਦੇ ਵਿੱਚ ਟਾਈਮ ਸੀਗਾ। ਤੇ ਤੁਸੀਂ ਉਸ ਸਮੇਂ ਕਿੱਥੇ ਮੌਜੂਦ ਸੀ ਜਦੋਂ ਇਹ ਘਟਨਾ ਹੁੰਦੀ ਆ ਕੋਰਟ ਦੇ ਵਿੱਚ? ਕਿਹੜੇ ਫਲੋਰ ਦੇ ਉੱਪਰ ਇਹ ਘਟਨਾ ਹੁੰਦੀ ਆ ਤੇ ਤੁਸੀਂ ਉਸ ਸਮੇਂ ਕਿੱਥੇ ਸੀਗੇ? ਕੀ ਮਾਹੌਲ ਸੀ ਉਸ ਸਮੇਂ ਕੋਰਟ ਕੰਪਲੈਕਸ ਦੇ ਅੰਦਰ? ਸਾਡੇ ਨਾ ਜਦੋਂ ਚੈਂਬਰ ਕੰਪਲੈਕਸ 1 ਹੈਗਾ ਤੇ 2 ਹੈ, ਜਦੋਂ ਅਸੀਂ ਉਹਦੇ ਜਾਂਦੇ ਆ ਤਾਂ ਰਸਤੇ 'ਚ ਨਾ ਇੱਕ ਸੈਂਟਰ 'ਚ ਜਗ੍ਹਾ ਆਉਂਦੀ ਹੈ, ਉਹ ਜੁਆਇਨਿੰਗ ਵਾਲੀ ਜਗ੍ਹਾ ਹੈਗੀ ਹੈ। ਉਹਦੇ ਲੈਫਟ ਹੈਂਡ ਸਾਈਡ ਤੇ ਨਾ ਕੋਰਟਸ ਹੈਗੀਆਂ ਨੇ, ਉਸ ਜਗ੍ਹਾ ਤੇ ਧਮਾਕਾ ਹੋਇਆ ਹੈ। ਕਾਪੀ ਏਜੰਸੀ ਬ੍ਰਾਂਚ ਦੇ ਬਿਲਕੁਲ ਸਾਹਮਣੇ ਤੇ ਵਾਸ਼ਰੂਮ ਦੇ ਅੰਦਰ। ਤੇ ਸਰ, ਇੱਥੇ ਕਿਉਂਕਿ ਕਾਫੀ ਬਿਜ਼ੀ ਕਚਹਿਰੀਆਂ ਜਿਹੜੀਆਂ ਮੰਨੀਆਂ ਜਾਂਦੀਆਂ, ਪੰਜਾਬ ਦੀਆਂ ਬਿਜ਼ੀਐਸਟ ਕਚਹਿਰੀਆਂ ਦੇ ਵਿੱਚੋਂ ਲੁਧਿਆਣਾ ਕਚਹਿਰੀ ਦਾ ਨਾਮ ਆਉਂਦਾ ਹੈ। ਇੰਨੀਆਂ ਬਿਜ਼ੀ ਕਚਹਿਰੀਆਂ ਦੇ ਬਾਵਜੂਦ ਵੀ ਸਿਕਿਉਰਿਟੀ ਅਰੇਂਜਮੈਂਟ, ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਕਿ ਸਿਕਿਉਰਿਟੀ ਅਰੇਂਜਮੈਂਟ
ਅੱਜ ਤੋਂ ਪਹਿਲਾਂ ਦੀ ਗੱਲ ਕਰੀਏ, ਸਿਕਿਉਰਿਟੀ ਦੀ ਕਿਸ ਤਰ੍ਹਾਂ ਦਾ ਅਰੇਂਜਮੈਂਟ ਸਰਕਾਰ ਵੱਲੋਂ ਜਾਂ ਪੁਲਿਸ ਵੱਲੋਂ ਜਾਂ ਹੋਰ ਸਿਕਿਉਰਿਟੀ ਏਜੰਸੀਜ਼ ਵੱਲੋਂ ਇੱਥੇ ਰੱਖਿਆ ਜਾਂਦਾ, ਕਿਸ ਤਰ੍ਹਾਂ ਦੀ ਚੈਕਿੰਗ ਜਿਹੜੀ ਹੈ ਇੱਥੇ ਕੀਤੀ ਜਾਂਦੀ? ਲਓ ਸਰ, ਸਾਡੀ ਕਚਹਿਰੀ ਦੇ ਵਿੱਚ ਨਾ ਸ਼ਾਮ ਨੂੰ 6 ਵਜੇ ਤੋਂ ਬਾਅਦ ਜਾ ਕੇ ਜੋ ਮਰਜ਼ੀ ਕਰ ਦਿਓ, ਜਿਹੜਾ ਮਰਜ਼ੀ ਤਾਲਾ ਤੋੜ ਲਓ। ਈਵਨ ਕਿ ਕਈ ਵਾਰੀ ਤਾਂ ਸਾਡੀ ਜਿਹੜੀ ਇੱਕ ਪੁਲਿਸ ਪੋਸਟ ਹੈਗੀ ਆ ਉੱਥੇ, ਉਹਨੂੰ ਵੀ ਲੌਕ ਲੱਗਿਆ ਹੁੰਦਾ, ਹੋਰ ਤਾਂ ਤੁਸੀਂ ਕੀ ਕਰੋਗੇ? ਠੀਕ ਹੈ। ਉਸ ਤੋਂ ਇਲਾਵਾ ਸਭ ਤੋਂ ਬੜੀ ਗੱਲ ਇਹ ਹੈ ਕਿ ਅੱਜ ਤੋਂ 7 ਮਹੀਨੇ ਪਹਿਲਾਂ ਸਾਡੇ 6ਵੀਂ ਮੰਜ਼ਲ ਤੇ ਮਾਲਖਾਨਾ, ਉੱਥੇ 4 ਪੁਲਿਸ ਵਾਲਿਆਂ ਦੀ ਡਿਊਟੀ ਲੱਗੀ ਹੋਈ ਹੈ। ਉਹ 4 ਪੁਲਿਸ ਵਾਲੇ ਬਿਲਕੁਲ ਬਾਹਰ ਬਹਿੰਦੇ ਆ, ਉੱਥੇ ਹੀ ਸੌਂਦੇ ਆ, ਰੋਟੇਸ਼ਨ 'ਚ ਉਹਨਾਂ ਦੀ ਡਿਊਟੀ ਚੱਲਦੀ ਹੈ। ਉਹਦੇ ਚੋਰੀ ਹੋ ਜਾਂਦੀ ਹੈ ਪੁਲਿਸ ਵਾਲਿਆਂ ਦੀ ਮੌਜੂਦਗੀ ਦੇ ਵਿੱਚ, ਪੁਲਿਸ ਵਾਲਿਆਂ ਦੀ ਮੌਜੂਦਗੀ 'ਚ, ਤੇ ਇੱਕ ਵੀ ਪੁਲਿਸ ਵਾਲਾ ਸਸਪੈਂਡ ਨਹੀਂ ਹੁੰਦਾ। ਹੁਣ ਤੁਸੀਂ ਦੱਸੋ ਵੀ ਇਹਦੇ 'ਚ ਕਿਹਦੀ ਮਿਲੀ ਭੁਗਤ ਆ? ਘੱਟੋ ਘੱਟ ਜਿਹੜੇ ਬੰਦੇ ਬਾਹਰ ਬੈਠੇ ਆ ਉਹ ਸਸਪੈਂਡ ਨਹੀਂ ਹੋਣੇ ਚਾਹੀਦੇ ਕਿ ਉਹ ਬਾਹਰ ਬੈਠੇ ਤੇ ਅੰਦਰ ਚੋਰੀ ਹੋ ਗਈ। ਫਿਰ ਸਾਡੇ ਕੋਰਟ ਕੰਪਲੈਕਸ ਦੇ ਵਿੱਚ ਹਰ ਦੂਸਰੇ ਦਿਨ ਤੀਸਰੇ ਦਿਨ ਸਕੂਟਰ ਮੋਟਰਸਾਈਕਲ ਲਗਾਤਾਰ ਚੋਰੀ ਹੁੰਦੇ ਆ। ਠੀਕ ਆ, ਉਹ DDR ਲਿਖ ਦਿੰਦੇ ਆ, FIR ਨਹੀਂ ਕੱਟਦੇ ਪੁਲਿਸ ਵਾਲੇ। ਠੀਕ ਆ, ਫਿਰ ਜਿਹਦਾ ਪ੍ਰੈਸ਼ਰ ਜ਼ਿਆਦਾ ਪੈ ਜੇ ਉਹਦੀ ਕੱਟਤੀ, ਜਿਹੜੀ ਰਹਿ ਗਈ, ਜਿਹੜਾ ਗੇੜੇ ਮਾਰਦਾ ਰਿਹਾ ਉਹ ਖਤਮ ਹੋ ਗਿਆ। ਫਿਰ ਉਸ ਤੋਂ ਬਾਅਦ ਆ ਪਿਛਲੇ 10 ਦਿਨ ਦੇ ਵਿੱਚ ਐਡਵੋਕੇਟਸ ਦੇ ਚੈਂਬਰ ਦੇ ਅੰਦਰੋਂ ਲੈਪਟਾਪਸ ਚੋਰੀ ਹੋ ਗਏ। ਉਹ ਵੀ ਮੈਂ ਦੱਸ ਦਿੰਦਾ। ਇੱਕ ਸਾਡੇ ਬਾਤਿਸ਼ ਸਰ ਹੈਗੇ ਆ, ਇੱਕ ਮਿਸਟਰ ਵਰੁਣ ਅਹੂਜਾ ਨੇ, ਇੱਕ ਮਿਸਟਰ ਅਭਿਜੀਤ ਆ, ਉਹਨਾਂ ਦੇ ਚੈਂਬਰ 'ਚੋਂ ਚੋਰੀ ਹੋ ਗਏ। ਕੌਣ ਸੇਫ ਹੈ ਇੱਥੇ? ਤੇ ਜਿਹੜੇ ਮੈਟਲ ਡਿਟੈਕਟਰ ਲੱਗੇ ਨੇ ਉਹ ਬਸ ਉਹ ਲੱਕੜ ਦੇ ਸ਼ੋ ਪੀਸ ਰੱਖੇ ਹੋਏ ਆ, ਨਾ ਉਹਨਾਂ 'ਚ ਕੋਈ ਸੈਂਸਰ ਆ, ਨਾ ਕੋਈ ਲੈਣਾ ਨਾ ਦੇਣਾ। ਇਹ ਪ੍ਰਸ਼ਾਸਨ ਦੀ ਜਾਂ ਪੁਲਿਸ ਅਫਸਰਾਂ ਦੀ ਨਿਗਾਹ ਦੇ ਵਿੱਚ ਹੈ ਕਿ ਸਿਕਿਉਰਿਟੀ ਦੇ ਵਿੱਚ ਇੰਨੀਆਂ ਬਿਜ਼ੀ ਜਿਹੜੀਆਂ ਕਚਹਿਰੀਆਂ ਹੋਣ ਦੇ ਬਾਵਜੂਦ ਵੀ ਸਿਕਿਉਰਿਟੀ ਦੇ ਵਿੱਚ ਇੰਨੀਆਂ ਵੱਡੀਆਂ ਖਾਮੀਆਂ ਜਿਵੇਂ ਤੁਹਾਡੇ ਦੱਸਣ ਅਨੁਸਾਰ ਕਿ ਹੈਗੀਆਂ? ਦੇਖੋ ਸਰ, ਗਾਰਡ ਲੱਗਦੀ ਹੈ ਇੱਥੇ ਮੇਰੇ ਖਿਆਲ 'ਚ 35 ਜਾਂ 50 ਬੰਦਿਆਂ ਦੀ ਲੱਗਦੀ ਹੋਊਗੀ, ਜਿਹੜੇ ਕਿ ਕੋਰਟ ਕੰਪਲੈਕਸ ਦੇ ਵਿੱਚ ਸਾਰਾ ਦਿਨ ਗੇੜੇ ਕੱਢਦੇ ਆ, ਜਾਂ ਇੰਟੈਲੀਜੈਂਸ ਆ ਜਾਂ ਕੁਝ ਵੀ ਆ। ਤੇ ਪੁਲਿਸ ਤਾਂ ਇੱਥੇ ਹੈਗੀ ਵਾਧੂ ਆ, ਪਰ ਕੋਈ ਕੰਮ ਕਰਨ ਵਾਲਾ ਵੀ ਤਾਂ ਹੋਵੇ ਨਾ। ਹੁਣ ਸਾਡੀ ਤਾਂ ਇੱਥੇ ਪੁਲਿਸਮੈਨ ਬਿਜ਼ਨਸਮੈਨ ਬਣੀ ਹੋਈ ਹੈ। ਸਭ ਤੋਂ ਅਮੀਰ ਪੁਲਿਸ ਆ ਸਾਡੀ ਲੁਧਿਆਣੇ ਦੀ, ਹੋਰ ਇਹਨਾਂ ਤੋਂ ਕੋਈ ਅਮੀਰ ਨਹੀਂਗਾ। ਤੁਸੀਂ ਅੱਜ ਜਾ ਕੇ ਦਰਖਾਸਤ ਦੇ ਦਿਓ, CP ਆਫਿਸ ਦਰਖਾਸਤ ਦੇ ਦਿਓ, ਥਾਣੇ ਦਰਖਾਸਤ ਦੇ ਦਿਓ। ਜੇ ਤਾਂ ਤੁਹਾਡੇ ਕੋਲ MLA ਦੀ ਸਿਫਾਰਿਸ਼ ਆ ਜਾਂ ਤੁਹਾਡੇ ਕੋਲ ਪੈਸੇ ਆ, ਫਿਰ ਤਾਂ ਤੁਹਾਡੀ ਉਹ ਦਰਖਾਸਤ ਚੱਕ ਲੈਣਗੇ, ਨਹੀਂ ਉਹ ਤੁਹਾਡੀ ਦਰਖਾਸਤ ਉਵੇਂ ਹੀ ਰੁਲੀ ਜਾਊਗੀ। ਮੇਰੇ ਕੋਲ ਨੰਬਰ ਆਫ ਐਗਜ਼ਾਮਪਲਸ ਨੇ। ਫਿਰ ਸਾਨੂੰ ਬੰਦੇ ਹਾਈ ਕੋਰਟ ਭੇਜਣੇ ਪੈਂਦੇ ਆ, ਰਿਟਾਂ ਲਾਉਂਦੇ ਆ, ਕਰਦੇ ਹੀ ਨਹੀਂ ਕੰਮ। ਸਰ, ਵੱਡੇ ਇਲਜ਼ਾਮ ਤੁਸੀਂ ਲਗਾ ਰਹੇ ਹੋ ਕਿ ਸਿਕਿਉਰਿਟੀ ਦੀ ਵਜ੍ਹਾ ਦੇ ਨਾਲ, ਇੱਥੋਂ ਤਾਂ ਤੁਹਾਡੀਆਂ ਗੱਲਾਂ ਤੋਂ ਹਲੇ ਤੱਕ ਇਹ ਨਿਕਲ ਕੇ ਸਾਹਮਣੇ ਆਉਂਦਾ ਕਿ ਜੇਕਰ ਸਿਕਿਉਰਿਟੀ ਅਰੇਂਜਮੈਂਟ ਸਹੀ ਹੁੰਦੇ ਤਾਂ ਹੋ ਸਕਦਾ ਕਿ ਇੰਨਾ ਵੱਡਾ ਹਾਦਸਾ ਜਿਹੜਾ ਨਾ ਹੁੰਦਾ, ਜਿਹੜੀ ਜਾਨ। ਦੇਖੋ, ਜਿਹੜੇ ਮੈਂ ਤੁਹਾਨੂੰ ਆ ਇਨਸੀਡੈਂਟ ਦੱਸੇ ਆ ਕਿ ਉੱਪਰ ਲੱਖਾਂ ਕਰੋੜਾਂ ਰੁਪਏ ਦੀ ਜਿਹੜੀ ਹੈਰੋਇਨ ਸੀਗੀ ਮਾਲਖਾਨੇ 'ਚੋਂ ਚੋਰੀ ਹੋ ਗਈ, ਆ ਲੈਪਟਾਪ ਚੋਰੀ ਹੋ ਗਏ, ਸਕੂਟਰ ਮੋਟਰਸਾਈਕਲ ਰੋਜ਼ ਚੋਰੀ ਹੋ ਰਹੇ ਆ, ਉੱਥੇ ਮੈਟਲ ਡਿਟੈਕਟਰ ਹੈ ਨਹੀਂ ਗੇ, ਲੱਕੜ ਦੇ ਪੀਸ ਆ। ਜੇ ਇਹਨਾਂ 'ਚੋਂ ਇੱਕ ਵੀ ਗੱਲ ਝੂਠੀ ਹੋਵੇ, ਤੁਸੀਂ ਜੋ ਕਹਿਣਾ ਸੋ ਦੇਣਾ, ਮੈਂ ਝੂਠ ਨਹੀਂ ਬੋਲ ਰਿਹਾ। ਸਰ, 10 ਤੋਂ 12 ਰਸਤੇ ਦੱਸੇ ਜਾਂਦੇ ਨੇ ਕਿ ਕੋਰਟ ਦੇ ਵਿੱਚ ਐਂਟਰ ਕਰਨ ਨੂੰ, ਕਚਹਿਰੀਆਂ ਦੇ ਵਿੱਚ ਐਂਟਰ ਕਰਨ ਨੂੰ 10 ਤੋਂ 12 ਜਗ੍ਹਾ ਤੋਂ ਜਿਹੜੇ ਨੇ ਰਸਤੇ ਨੇ। ਉੱਥੇ ਜੇ ਗੱਲ ਕਰੀਏ ਸਾਰੇ ਰਸਤਿਆਂ ਤੇ ਸਿਕਿਉਰਿਟੀ ਦੀ, ਕਿੰਨੇ ਜਗ੍ਹਾ ਤੇ ਕਿੰਨੇ ਰਸਤਿਆਂ ਦੇ ਉੱਪਰ ਜਿਹੜੇ ਨੇ ਪੁਲਿਸ ਦਾ ਪਹਿਰਾ ਹੈਗਾ ਜਾਂ ਸਿਕਿਉਰਿਟੀ ਅਰੇਂਜਮੈਂਟਸ ਹੈਗੇ ਨੇ ਤੁਹਾਡੇ? ਕਿਉਂਕਿ ਤੁਸੀਂ ਰੋਜ਼ ਉੱਥੇ ਜਾਂਦੇ ਹੋ, ਜ਼ਿਆਦਾ ਚੰਗੀ ਤਰ੍ਹਾਂ ਉਹਨਾਂ ਕਚਹਿਰੀਆਂ ਨੂੰ ਸਮਝਦੇ ਹੋ ਜ਼ਿਆਦਾ। ਦੇਖੋ ਸਰ, ਰਸਤੇ ਚਾਹੇ 12 ਹੋਣ, ਚਾਹੇ 2 ਹੋਣ, ਚਾਹੇ 1 ਹੋਵੇ, ਇੱਕ ਕੰਪੀਟੈਂਟ ਅਫਸਰ ਚਾਹੀਦਾ ਹੁੰਦਾ ਜਿਹਦੀ ਕਮਾਂਡ ਦੇ ਵਿੱਚ ਪੁਲਿਸ ਚੱਲੇ। ਉਹ ਇੱਕ ਕੰਪੀਟੈਂਟ ਅਫਸਰ ਜੇ ਲੱਗਿਆ ਹੋਵੇ ਨਾ, ਤਾਂ ਉਹ 4 ਬੰਦਿਆਂ ਨਾਲ ਵੀ 40 ਬੰਦਿਆਂ ਦਾ ਕੰਮ ਕਰਾ ਸਕਦਾ, ਨਹੀਂ 40 ਤੋਂ 1 ਦਾ ਵੀ ਨਹੀਂ ਕਰਾ ਸਕਦਾ। ਪਰ ਇੱਥੇ ਟਾਈਮ ਹੀ ਹੈ ਨਹੀਂ। ਉਹਨਾਂ ਦੇ ਆਪਣੇ ਹੀ ਰੁਝੇਵੇਂ ਬੜੇ ਆ। ਉਹਨਾਂ ਨੇ ਕਦੇ ਕਿਹੜੀ ਫਾਈਲ 'ਚ ਡੀਲ ਕਰਨੀ ਹੈ, ਕਦੇ ਕਿਹੜੀ 'ਚ ਕਰਨੀ ਹੈ, ਉਹੀ ਫਾਈਲ ਚੱਕਣੀ ਹੈ, ਬਾਕੀਆਂ ਤੇ ਧੂੜ ਮਿੱਟੀ ਪਈ ਰਹਿੰਦੀ ਹੈ। ਅਸੀਂ ਜਾਂਦੇ ਹਾਂ ਕਲਾਇੰਟਾਂ ਨਾਲ, ਗੇੜੇ ਕੱਢਦੇ ਹਾਂ, ਸਾਨੂੰ ਕਦੇ CM ਡਿਊਟੀ 'ਤੇ ਲੱਗੇ ਹੋਏ ਆ, ਕਦੇ ਕੋਈ ਆ ਰਿਹਾ, ਕਦੇ ਸਰਕਟ ਹਾਊਸ ਲੱਗੇ ਹੋਏ ਆ, ਕਦੇ ਕੋਈ ਆ ਰਿਹਾ, ਕੋਈ ਜਾ ਰਿਹਾ। ਪਹਿਲਾਂ ਤਾਂ ਤੁਸੀਂ ਥਾਣੇਦਾਰ ਨੂੰ ਥਾਣੇ ਹੀ ਨਹੀਂ ਲੱਭ ਸਕਦੇ। ਮਤਲਬ ਤੁਹਾਡੇ ਕਹਿਣ ਅਨੁਸਾਰ ਕਿ ਅਫਸਰਾਂ ਦੀ ਅਣਗਹਿਲੀ ਦੇ ਨਾਲ ਐਡਾ ਵੱਡਾ ਜਿਹੜਾ ਹਾਦਸਾ ਹੋਇਆ? ਅਫਸਰਾਂ ਦੀ ਅਣਗਹਿਲੀ ਨਾਲ ਨਹੀਂ, ਜਿਹੜੀ ਅਫਸਰ ਜਾਣ ਕੇ ਅਣਗਹਿਲੀ ਕਰ ਰਹੇ ਆ ਉਹਦੇ ਕਾਰਨ ਹੋ ਰਿਹਾ। ਇਹ ਜਾਣ ਕੇ ਕਰਦੇ ਆ ਅਣਗਹਿਲੀ, ਜਾਣ ਕੇ ਨਹੀਂ ਮਿਲਦੇ। ਹਾਂ, ਕਰਨਾ ਹੀ ਨਹੀਂ ਚਾਹੁੰਦੇ। ਉਹ ਕਹਿੰਦੇ ਸਾਨੂੰ ਕੋਈ ਪੁੱਛਣ ਵਾਲਾ ਹੀ ਹੈ ਨਹੀਂਗਾ, ਉਹਨਾਂ ਤੇ ਕੋਈ ਇਫ ਬਟ ਹੈ ਨਹੀਂ, ਕੋਈ ਚੈੱਕ ਹੈ ਨਹੀਂਗਾ, ਉਹਨਾਂ ਨੂੰ ਸ਼ਾਮ ਨੂੰ ਕੋਈ ਕਰਨ ਵਾਲਾ ਨਹੀਂ। ਜੇ ਬਾਹਲੀ ਗੱਲ ਹੁੰਦੀ ਆ, ਇੱਕ ਹੌਲਦਾਰ ਨੂੰ ਕਿਸੇ ਨੂੰ ਸਸਪੈਂਡ ਕਰ ਦਿੰਦੇ ਆ, ਚਾਹੇ ਜਿੰਨਾ ਮਰਜ਼ੀ ਵੱਡਾ ਕ੍ਰਾਈਮ ਹੋਇਆ ਹੋਵੇ। ਤੁਸੀਂ ਦੇਖਿਆ ਕਦੇ ਕੋਈ ਵੱਡਾ ਅਫਸਰ ਤੇ ਕੋਈ ਜ਼ਿੰਮੇਵਾਰੀ ਆਈ ਹੋਵੇ? ਉਹ ਥੱਲੇ ਦੀ ਥੱਲੇ ਪਾਉਂਦੇ ਰਹਿੰਦੇ ਆ ਜ਼ਿੰਮੇਵਾਰੀ, ਉਹਦੀ ਜ਼ਿੰਮੇਵਾਰੀ, ਉਹਦੀ ਜ਼ਿੰਮੇਵਾਰੀ, ਉਹਦੀ ਜ਼ਿੰਮੇਵਾਰੀ। ਹੁਣ ਸਾਡੇ ਇੱਥੇ ਜੇ ਕੋਈ ਕੋਰਟ ਕੰਪਲੈਕਸ 'ਚ ਡਿਊਟੀ ਲੱਗਦੀ ਆ, ਉਹ SP ਰੈਂਕ ਦੀ ਲੱਗਦੀ ਆ। ਕੋਈ SP ਸਸਪੈਂਡ ਹੋਇਆ ਹੁਣ?
ਇੱਕ ਪੁਲਿਸ ਵਾਲਾ ਜਿਹਦੀ ਡਿਊਟੀ ਹੈ, ਜਿਹੜੀ 35 ਬੰਦਿਆਂ ਦੀ ਗਾਰਡ ਸੀ, ਉਹ ਸਸਪੈਂਡ ਹੋਏ ਆ ਹੁਣ ਤੱਕ ਤਾਂ ਸਸਪੈਂਡ ਹੋਏ ਹੁੰਦੇ, ਉਹਨਾਂ ਤੇ ਇਨਕੁਆਇਰੀ ਚੱਲਦੀ ਹੁੰਦੀ। ਕਰੇ ਕੌਣ? ਉਸ ਸਮੇਂ ਦਾ ਮਾਹੌਲ ਗੱਲ ਕਰੀਏ ਜਦੋਂ ਬਲਾਸਟ ਹੋ ਜਾਂਦਾ, ਤੁਸੀਂ ਨੇ ਦੱਸਿਆ ਜਿਸ ਤਰ੍ਹਾਂ ਗੱਲ ਕੀਤੀ ਹੈ ਕਿ ਅੱਖੀਂ ਦੇਖਿਆ, ਕਿਸ ਤਰ੍ਹਾਂ ਤੁਹਾਨੂੰ ਅਹਿਸਾਸ ਹੁੰਦਾ ਹੈ, ਕਦੋਂ ਇਲਮ ਹੁੰਦਾ ਹੈ ਕਿ ਐਡਾ ਵੱਡਾ ਹਾਦਸਾ ਜਿਹੜਾ ਹੋ ਗਿਆ, ਐਡਾ ਬਲਾਸਟ ਹੋ ਗਿਆ ਜਿਹਦੇ ਨਾਲ ਪੰਜਾਬ ਦੇ ਵਿੱਚ ਇੱਕਦਮ ਦਹਿਸ਼ਤ ਦਾ ਮਾਹੌਲ ਪੈ ਸਕਦਾ ਹੈ? ਕਦੋਂ ਤੁਸੀਂ ਨੇ ਦੇਖਿਆ, ਕੀ ਦੇਖਿਆ ਆਪਣੀਆਂ ਅੱਖਾਂ ਦੇ? ਦੇਖੋ ਸਰ, ਚੱਲਦੇ ਫਿਰਦੇ ਬੰਦੇ ਨਾ ਇੱਕਦਮ ਧੂਏ ਤੇ ਮਿੱਟੀ ਦੇ ਗੁਬਾਰ 'ਚ, ਕੋਈ ਥੱਲੇ ਫਸ ਗਿਆ, ਕੋਈ ਭੱਜ ਗਿਆ, ਕੋਈ ਚੀਕ ਚਹਾੜਾ ਪਾ ਰਿਹਾ, ਕੋਈ ਕਹਿ ਰਿਹਾ ਜੀ ਇੱਥੇ ਸੀਰੀਅਲ ਬੰਬ ਹੋਣਗੇ। ਤੇ ਸਾਡਾ ਦੋਸਤ ਵੀ ਉੱਥੇ ਅਸੀਂ ਦੇਖਿਆ, ਤੇ ਇੱਕ ਵਾਰੀ ਤਾਂ ਸਾਡੇ ਤੋਂ ਆ ਫੋਨ ਚੱਕ ਕੇ ਐਂਬੂਲੈਂਸ ਨੂੰ ਫੋਨ ਵੀ ਕਰਨ ਦਾ ਸਾਡਾ ਇੰਨਾ ਮਾਈਂਡ ਸਾਡਾ ਅਨਸਟੇਬਲ ਹੋ ਗਿਆ। ਇਹਨਾਂ ਦਹਿਸ਼ਤ ਦੇ ਵਿੱਚ ਹਾਂ ਵੀ ਅਸੀਂ ਕੀ ਕਰੀਏ, ਕੋਈ ਕਵੇ 108 ਤੇ ਫੋਨ ਕਰ, ਫੋਨ ਹੱਥ 'ਚ ਸੀਗਾ, ਫੋਨ ਕਰ ਨਹੀਂ ਸੀ ਹੋ ਰਿਹਾ, ਆਹ ਹਾਲਾਤ ਹੋ ਗਏ ਸੀਗੇ। ਫਿਰ ਅਸੀਂ ਉਹਨੂੰ ਆਪ ਹੀ ਚੱਕਿਆ ਤੇ ਅਸੀਂ ਕਿਹਾ ਵੀ ਜਿੰਨੀ ਦੇਰ ਤੱਕ ਫੋਨ ਕਰਾਂਗੇ ਐਂਬੂਲੈਂਸ ਆਊਗੀ। ਉਹਦੀ ਬਲੀਡਿੰਗ ਇੰਨੀ ਜ਼ਿਆਦਾ ਹੋ ਰਹੀ ਸੀ, ਉਹਨੇ ਮਰ ਜਾਣਾ ਸੀਗਾ। ਫਿਰ ਅਸੀਂ ਫੋਨ ਨਹੀਂ ਕੀਤਾ ਕਿਸੇ ਨੂੰ, ਫਿਰ ਅਸੀਂ ਉਹਨੂੰ ਚੱਕ ਕੇ ਅਸੀਂ ਆਪ ਦਯਾਨੰਦ ਲੈ ਗਏ। ਵਕੀਲਾਂ ਦੀ ਗੱਲ ਕਰੀਏ, ਕਾਫੀ ਵੱਡੀਆਂ ਕਚਹਿਰੀਆਂ ਨੇ, ਕਿੰਨੇ ਵਕੀਲ ਇੱਥੇ ਰਜਿਸਟਰਡ ਹੈਗੇ, ਕਿੰਨੇ ਵਕੀਲਾਂ ਦੀ ਹਾਜ਼ਰੀ ਲਗਾਤਾਰ ਇਹਨਾਂ ਕਚਹਿਰੀਆਂ ਦੇ ਵਿੱਚ ਰੋਜ਼, ਜੇਕਰ ਆਪਾਂ ਗੱਲ ਕਰੀਏ? ਦੇਖੋ ਵੀਰ, ਸਾਡੇ ਨਾ ਐਨਰੋਲ ਤਾਂ 4000 ਤੋਂ ਉੱਪਰ ਵਕੀਲ ਨੇ, ਠੀਕ ਆ, ਪਰ ਜਿਹੜੇ ਡੇਲੀ ਕੋਰਟਸ ਆਉਂਦੇ ਆ ਉਹ ਤਕਰੀਬਨ 1200 ਤੋਂ 1800 ਦੀ ਰੇਂਜ 'ਚ ਆਉਂਦੇ ਆ, ਠੀਕ ਆ। ਤੇ ਉਹਨਾਂ 'ਚੋਂ ਕੁਝ ਟੈਕਸ ਵੱਲ ਵੀ ਹੁੰਦੇ ਆ, ਕੁਝ ਸਾਡੇ ਇੱਧਰ ਸਿਵਲ ਕ੍ਰਿਮੀਨਲ ਵੱਲ ਹੁੰਦੇ ਆ, ਕੁਝ ਸਾਡੇ ਡੀਸੀ ਦਫ਼ਤਰ ਵੱਲ ਹੁੰਦੇ ਆ, ਬਾਕੀ ਰਜਿਸਟਰੀਆਂ ਕਰਾਉਂਦੇ ਆ ਜਿਹੜੇ, ਉਹ ਡਿਫਰੈਂਟ ਹੁੰਦੇ ਆ। ਪਰ ਸਾਡੇ ਕੋਰਟਸ 'ਚ ਜਿਹੜੀ ਤੁਸੀਂ ਐਵਰੇਜ ਲਗਾ ਕੇ ਚੱਲੋ ਤਾਂ ਉਹ 1500 ਔਰ 1800 ਦੇ ਵਿੱਚ ਆ ਜਾਏਗੀ। ਮੇਰਾ ਸਵਾਲ ਇਹ ਪੁੱਛਣ ਦਾ ਤਾਂ ਮਕਸਦ ਸੀ ਕਿ ਅਗਲਾ ਸਵਾਲ ਇਹਦੇ ਨਾਲ ਜੁੜਿਆ ਹੋਇਆ ਕਿ 1500-1800 ਵਕੀਲ ਜਿੱਥੇ ਇੱਕ ਕੰਮ ਕਰਦਾ ਹੋਵੇ ਤਾਂ ਜੱਜ ਸਾਹਿਬਾਨ ਵੀ ਹੋਣੇ, ਕੋਈ ਮੈਡੀਕਲ ਦੀ ਸਹੂਲਤ, ਫਸਟ ਏਡ ਦੀ ਸਹੂਲਤ ਮੌਕੇ ਤੇ, ਜੇਕਰ ਜਿੱਦਾਂ ਅੱਜ ਜਿਹੜੀ ਘਟਨਾ ਹੋ ਗਈ ਤੁਸੀਂ ਦੱਸ ਦਿਓ ਕਿ ਐਂਬੂਲੈਂਸ ਨੂੰ ਫੋਨ ਕਰਨ ਦਾ ਟਾਈਮ ਨਹੀਂ ਮਿਲਿਆ, ਵਕੀਲ ਭਾਈਚਾਰੇ ਲਈ ਜਾਂ ਕੋਰਟ ਦੇ ਵਿੱਚ ਕੋਈ ਐਂਬੂਲੈਂਸ ਦੀ ਸੁਵਿਧਾ ਸਰਕਾਰ ਵੱਲੋਂ ਜਾਂ ਕਿਸੇ ਹੋਰ ਵੱਲੋਂ ਪ੍ਰੋਵਾਈਡ ਕਰਵਾਈ ਗਈ ਹੋਵੇ, ਕੋਈ ਇਦਾਂ ਦੀ ਹੈ? ਐਂਬੂਲੈਂਸ ਖੜੀ ਹੈ ਸਾਡੇ ਥੱਲੇ, ਸਾਡੀ ਬਾਰ 'ਚ ਖੜੀ ਹੈ ਐਂਬੂਲੈਂਸ, ਉਹਦੇ 'ਚ ਤੇਲ ਹੈ ਨਹੀਂ, ਉਹਦਾ ਡਰਾਈਵਰ ਹੈ ਨਹੀਂ, ਉਹਦੀ ਇੰਸ਼ੋਰੈਂਸ ਹੈ ਨਹੀਂ, ਉਹਦੇ ਤੇ ਮਿੱਟੀ ਚੜੀ ਪਈ ਆ ਤੇ ਉਹਦੇ ਆਸੇ-ਪਾਸੇ ਸਾਰੇ ਸਕੂਟਰ ਮੋਟਰਸਾਈਕਲ ਲੱਗੇ ਹੁੰਦੇ ਆ। ਇਹ ਤਾਜ਼ਾ ਹਾਲ ਆ। ਅੱਜ ਤੋਂ 20 ਦਿਨ ਪਹਿਲਾਂ ਮੈਂ ਇਹ ਪੋਸਟ ਵੀ ਪਾਈ ਸੀ ਫੇਸਬੁੱਕ ਦੀ, ਤੇ ਵਕੀਲਾਂ ਨੂੰ ਵੀ ਦੱਸਿਆ ਸੀਗਾ, ਸਾਡੇ ਬਾਰ ਕੌਂਸਲ ਮੈਂਬਰਸ ਨੂੰ ਵੀ ਦੱਸਿਆ ਸੀਗਾ ਕਿ ਇਹਨੂੰ ਐਂਬੂਲੈਂਸ ਨੂੰ ਚੱਲਦਾ ਕਰ ਲਓ, ਠੀਕ ਆ। ਜੇ ਕੋਈ ਪ੍ਰੋਬਲਮ ਆਂਦੀ ਆ ਤਾਂ 6000 ਬੰਦਾ ਵੀਰ ਜਿੱਥੇ ਆਂਦਾ, ਕਿਸੇ ਨੂੰ ਹਾਰਟ ਅਟੈਕ ਆ ਗਿਆ, ਕੋਈ ਤਿਲਕ ਗਿਆ, ਕੋਈ ਕੁਝ ਹੋਰ ਹੋ ਗਿਆ, ਉਹ ਕਿਸੇ ਦੇ ਤਾਂ ਕੰਮ ਆਊਗੀ, ਠੀਕ ਆ। ਇਹ ਤਾਂ ਹੁਣ ਉਹ ਗੱਲ ਹੋ ਗਈ ਜਿਹੜੀ ਕਿ ਜ਼ਿੰਦਗੀ 'ਚ ਕਦੇ ਸੋਚੀ ਨਹੀਂ ਸੀਗੀ। ਕਾਨੂੰਨ ਨੂੰ ਜ਼ਿਆਦਾ ਬਰੀਕੀ ਤੋਂ ਸਮਝਦੇ ਹੋ, ਇੱਕ ਐਡਵੋਕੇਟ ਹੈਗੇ ਹੋ, ਸਿਕਿਉਰਿਟੀ ਦੇ ਜਿੱਥੇ ਜਿੱਥੇ ਅਣਗਹਿਲੀ ਹੋਈ ਆ ਤੁਸੀਂ ਬੇਬਾਕੀ ਦੇ ਨਾਲ ਦੱਸ ਰਹੇ ਹੋ, ਕਦੇ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਕਰਨ ਦੀ ਐਡਵੋਕੇਟ ਸਾਹਿਬ ਨੇ ਕੋਸ਼ਿਸ਼ ਕੀਤੀ ਕਿ ਇੱਥੇ ਕਦੇ ਵੀ ਕੋਈ ਹਾਦਸਾ ਹੋ ਸਕਦਾ, ਇੰਨੀਆਂ ਬਿਜ਼ੀ ਕਚਹਿਰੀਆਂ ਨੇ, ਤੁਸੀਂ ਕੋਈ ਸਾਨੂੰ ਪ੍ਰੋਵਾਈਡ ਕਰਵਾਓ, ਜਿਹੜੀਆਂ ਸਿਕਿਉਰਿਟੀ ਦੇ ਵਿੱਚ ਕਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ? ਕੋਈ ਇੱਕ ਵਕੀਲ ਹੋਣ ਦੇ ਨਾਤੇ ਕੋਈ ਤੁਸੀਂ ਨੇ ਇੱਦਾਂ ਦਾ ਗੱਲਬਾਤ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ? ਦੇਖੋ ਸਰ, ਮੈਂ 2016 'ਚ ਵਾਈਸ ਪ੍ਰੈਜ਼ੀਡੈਂਟ ਇਲੈਕਟ ਹੋਇਆ ਸੀਗਾ, ਫਿਰ ਦੁਬਾਰਾ ਵੀ ਹੋਇਆ ਸੀਗਾ। ਉਹ 2 ਸਾਲ 'ਚ ਮੈਂ 12 ਚਿੱਠੀਆਂ ਲਿਖੀਆਂ ਸੀਗੀਆਂ ਕਮਿਸ਼ਨਰ ਆਫ ਪੁਲਿਸ ਨੂੰ। ਉਦੋਂ ਸਾਡੇ ਮਿਸਟਰ ਕਰਮਜੀਤ ਸਿੰਘ ਕੰਗ ਇੱਥੇ ਸੈਸ਼ਨ ਜੱਜ ਸੀਗੇ, ਉਹਨਾਂ ਦੇ ਆਫਿਸ ਤੋਂ ਵੀ ਭੇਜੀ, ਪਰ ਉਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕਦੀ, ਕੋਈ ਉਹਨਾਂ ਨੂੰ ਅੱਗੇ ਪ੍ਰੋਸੈਸ ਨਹੀਂ ਹੋਇਆ? ਨਥਿੰਗ। ਉਹ ਕਹਿੰਦੇ ਸਾਡੀ ਸਿਹਤ ਤੇ ਬੋਝ ਹੀ ਕੋਈ ਨਹੀਂ, ਤੁਸੀਂ ਚੱਕੋ, ਜਿਹਨੇ ਆਣਾ ਆਓ, ਜਿਹਨੇ ਨਹੀਂ ਆਣਾ ਨਾ ਆਓ, ਅਸੀਂ ਠੀਕ ਹਾਂ ਬਸ। ਜਦੋਂ ਕੋਈ ਵੀ ਬੰਦਾ ਕਚਹਿਰੀ ਦੇ ਵਿੱਚ ਪੈਰ ਰੱਖਦਾ ਤਾਂ ਸਿੱਧੀ ਗੱਲ ਆ ਕਿ ਜਦੋਂ ਕੋਈ ਆਮ ਬੰਦਾ ਆਉਂਦਾ ਕਚਹਿਰੀ ਦੇ ਵਿੱਚ, ਇੱਕ ਟੈਨਸ਼ਨ ਦੇ ਵਿੱਚ ਆਉਂਦਾ, ਵਕੀਲ ਦੇ ਕੋਲ ਆਪਣੀ ਕੋਈ ਸਮੱਸਿਆ ਲੈ ਕੇ ਆਉਂਦਾ ਹੈ, ਕਿਸੇ ਦਾ ਕੋਈ ਝਗੜਾ, ਕਿਸੇ ਦਾ ਕੋਈ ਝਗੜਾ ਹੈਗਾ, ਉੱਤੋਂ ਇਸ ਤਰ੍ਹਾਂ ਦਾ ਹਾਦਸਾ ਹੋ ਜਾਣਾ, ਇਸ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਬਣ ਜਾਣਾ, ਜੇਕਰ ਆਪਣੀ ਜੁਡੀਸ਼ਰੀ ਸੇਫ ਨਹੀਂ ਹੈ, ਤੁਹਾਨੂੰ ਲੱਗਦਾ ਕਿ ਕੋਈ ਹੋਰ ਸੇਫ ਵੀ ਹੋਰ ਇੱਥੇ ਰਹਿ ਸਕਦਾ? ਫਿਰ ਇਸ ਮੈਂ ਤੁਹਾਨੂੰ ਬ੍ਰਦਰ ਸਭ ਤੋਂ ਪਹਿਲਾਂ ਤਾਂ ਇੱਕ ਇਹ ਗੱਲ ਦੱਸਦਾ ਬਈ, ਤੁਸੀਂ ਹੁਣ ਰਾਤ ਨੂੰ ਚਲੇ ਜਾਓ, ਹੁਣ ਤਾਂ ਚਲੋ ਅੱਜ ਮੰਜ਼ਰ ਕੁਛ ਹੋਰ ਹੈਗਾ, ਉੱਥੇ ਕੋਈ ਹੈ ਹੀ ਨਹੀਂਗਾ, ਰਾਤ ਨੂੰ ਕੋਈ ਚੌਂਕੀਦਾਰ ਨਹੀਂਗਾ, ਰਾਤ ਨੂੰ ਕੋਈ ਡਿਊਟੀ ਵਾਲਾ ਨਹੀਂਗਾ। ਡੀਸੀ ਦਫ਼ਤਰ ਦੇ ਬਾਹਰ ਇੱਕ ਵੀ ਕੋਈ ਪੁਲਿਸ ਵਾਲਾ ਜੇ ਰਾਤ ਨੂੰ ਖੜਾ ਤੁਹਾਨੂੰ ਮਿਲ ਜੇ, ਜਾਂ ਕਮਿਸ਼ਨਰ ਦਫ਼ਤਰ ਦੇ ਬਾਹਰ ਵੀ ਮਿਲ ਜੇ, ਮੈਂ ਕਹਿੰਦਾ ਤੁਸੀਂ ਕਦੇ ਵੀ ਅੱਜ ਤੋਂ 10-12 ਦਿਨ ਬਾਅਦ ਸਟਿੰਗ ਕਰ ਲਿਓ। ਰਾਤ ਨੂੰ ਦਰਵਾਜ਼ੇ ਲੌਕ ਹੁੰਦੇ ਆ, ਜੇ ਕੋਈ ਵਕੀਲ ਅੰਦਰ ਹੁੰਦਾ ਤਾਂ ਉਹ ਲੌਕ ਤੋੜ ਕੇ ਆਉਣਾ ਪੈਂਦਾ, ਉਹ ਇੱਕ ਵਾਰੀ ਲਾ ਕੇ ਚਲੇ ਜਾਂਦੇ ਆ, ਬਸ ਦੁਬਾਰਾ ਉੱਥੇ ਲੱਭਦਾ ਹੀ ਨਹੀਂ ਕੋਈ।
ਆਈਬੀ ਨੇ ਬਾਈ ਜੀ ਬੇਅਦਬੀਆਂ ਹੋਈਆਂ ਸੀ ਪਹਿਲਾਂ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਹੁੰਦੀਆਂ ਨੇ, 2 ਦਾ ਹਾਲਾਂਕਿ ਸੰਗਤ ਵੱਲੋਂ ਦੱਸਿਆ ਜਾਂਦਾ ਕਿ ਕੁੱਟ ਕੇ ਕਤਲ ਵੀ ਕਰ ਦਿੱਤਾ ਜਾਂਦਾ। ਆਈਬੀ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕਿ ਪੰਜਾਬ ਦੀ ਸਥਿਤੀ ਜਿਹੜੀ ਆ ਤਣਾਅਪੂਰਨ ਹੋ ਸਕਦੀ ਹੈ, ਪੰਜਾਬ ਦੇ ਵਿੱਚ ਜਿਹੜੇ ਨੇ ਮਾਹੌਲ ਵਿਗੜ ਸਕਦਾ ਹੈ। ਫਿਰ ਇਸ ਤਰ੍ਹਾਂ ਦਾ ਘਟਨਾਕ੍ਰਮ ਹੋ ਜਾਣਾ, ਆਈਬੀ ਨੇ ਆਪਣਾ ਕੰਮ ਕਰਤਾ। ਉਸ ਤੋਂ ਬਾਅਦ ਕਿਤੇ ਨਾ ਕਿਤੇ ਕਿਹਦਾ ਫੇਲੀਅਰ ਦੇਖਦੇ ਹੋ ਕਿ ਲੋਕਲ ਪੁਲਿਸ ਪ੍ਰਸ਼ਾਸਨ ਦਾ ਫੇਲੀਅਰ ਹੈ ਜਾਂ ਉੱਪਰ ਤੋਂ ਲੈ ਕੇ ਜਿਹੜੇ ਪੁਲਿਸ ਦੇ ਸੀਨੀਅਰ ਅਫਸਰ ਨੇ ਉਹਨਾਂ ਦਾ ਫੇਲੀਅਰ ਆ, ਹੋਰ ਏਜੰਸੀਜ਼ ਦਾ ਫੇਲੀਅਰ, ਜਦੋਂ ਅਲਰਟ ਜਾਰੀ ਹੋ ਚੁੱਕਿਆ ਸੀ ਆਈਬੀ ਵੱਲੋਂ? ਦੇਖੋ ਬਾਈ ਜੀ, ਅਲਰਟ ਤਾਂ 24 ਘੰਟੇ ਹੀ ਰਹਿੰਦਾ, ਕਿਉਂਕਿ ਜਦੋਂ ਪੁਲਿਸ ਮੁਸਤੈਦ ਨਹੀਂ ਗਈ ਤਾਂ ਉਹ ਹਰ ਕ੍ਰਾਈਮ ਨੂੰ ਇਨਵਾਈਟ ਕਰ ਰਹੇ ਆ। ਮੈਂ ਤੁਹਾਨੂੰ ਹੁਣ ਦੱਸ ਦਿੰਦਾ, ਤੁਸੀਂ ਬਾਹਰ ਕਿਸੇ ਨਾਲ ਲੜੋ, ਉਹਦਾ ਸਿਰ ਪਾੜ ਦਿਓ, ਠੀਕ ਆ, ਉਹ ਸਿਵਲ ਹਸਪਤਾਲ ਜਾਂਦਾ, ਉੱਥੇ ਸਭ ਅਪਰੋਚ ਹੁੰਦੇ ਆ। ਜੇ ਅਪਰੋਚ ਹੋ ਗਏ, ਉਹਨਾਂ ਨੇ ਤੁਹਾਡਾ ਐਕਸਰੇ ਨਹੀਂ ਕਰਨਾ, ਉਹਨਾਂ ਨੇ ਤੁਹਾਨੂੰ ਤੜਫਾ ਦੇਣਾ। ਉਹ ਹਰ ਬੰਦਾ ਹੀ ਬਸ ਉੱਥੇ ਜਿਹਦੇ ਕੋਲ ਪਹੁੰਚ ਆ ਉਹ ਤਾਂ ਇੱਥੇ ਰਵੇ, ਜਿਹਦੇ ਕੋਲ ਪਹੁੰਚ ਤੇ ਪੈਸਾ ਨਹੀਂ ਹੈਗਾ ਉਹ ਇੱਥੋਂ ਚਲਿਆ ਜਾਵੇ, ਜੇ ਉਹਨੇ ਸੇਫ ਰੱਖਣਾ ਆਪਣੇ ਆਪ ਨੂੰ। ਇਸੇ ਕਰਕੇ ਸਾਡੇ ਜਿੰਨਾ ਪੰਜਾਬ ਆ ਉਹਦਾ ਯੂਥ ਬਾਹਰ ਜਾ ਰਿਹਾ, ਉਹਦਾ ਰੀਜ਼ਨ ਹੀ ਇਹੀ ਆ। ਤੁਸੀਂ ਵੀ ਬੈਠੇ ਹੋ, ਤੁਸੀਂ ਵੀ ਆਹ ਚੀਜ਼ ਤੁਸੀਂ ਵੀ ਝੇਲਦੇ ਹੀ ਹੋ, ਮੈਂ ਜਿਹੜੇ ਬੰਦੇ ਆ ਮੈਨੂੰ ਸੁਣ ਰਹੇ ਆ ਉਹ ਵੀ ਝੇਲਦੇ ਹੀ ਆ। ਪਰ ਇਹਨਾਂ ਦੇ ਜਿੰਨਾ ਮਰਜ਼ੀ ਬੋਲ ਲਓ, ਇਹਨਾਂ ਦੇ ਕੋਈ ਸਿਰ ਤੇ ਜੂੰ ਨਹੀਂ ਸਰਕਦੀ, ਇਹ ਐ ਲਾਂਦੇ ਆ, ਚੱਲ ਗੱਲ ਖਤਮ, ਅੱਗੇ ਨਿਕਲੋ। ਤੇ ਤੁਸੀਂ ਨੇ ਦੱਸਿਆ ਕਿ ਤੁਹਾਡੇ ਦੋਸਤ ਇੱਕ ਸਾਥੀ ਐਡਵੋਕੇਟ ਜਿਹੜੇ ਨੇ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ, ਪਹਿਲਾਂ ਉਹਨਾਂ ਦੀ ਹਾਲਾਤ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਉਹਨਾਂ ਦੇ ਹਾਲਾਤ ਨੇ, ਜਾਂ ਹੋਰ ਜ਼ਖਮੀਆਂ ਨੂੰ ਤੁਸੀਂ ਹਸਪਤਾਲ ਦੇ ਵਿੱਚ ਮਿਲ ਕੇ ਆਏ ਹੋ, ਕੀ ਹਾਲਾਤ ਨੇ? ਅਸੀਂ ਇੱਕ ਜਾਣੇ ਨੂੰ ਹੀ ਲੈ ਕੇ ਗਏ ਆ, ਠੀਕ ਆ, ਕਿਉਂਕਿ ਇੰਨੇ ਜਾਣਿਆਂ ਦਾ ਅਸੀਂ ਚੱਕ ਕੇ ਅਰੇਂਜਮੈਂਟ ਕਰ ਨਹੀਂ ਸੀ ਸਕਦੇ, ਕਿਉਂਕਿ ਉੱਥੇ ਸਭ ਭੱਜ ਗਏ ਸੀਗੇ। ਅਸੀਂ ਮੌਕੇ ਤੇ ਪਹਿਲਾਂ 2 ਹੀ ਬੰਦੇ ਰਹਿ ਗਏ ਸੀਗੇ, ਮੈਂ ਤੇ ਐਡਵੋਕੇਟ ਵੀਲਾ। ਅਸੀਂ ਹੀ ਉਹਨੂੰ ਚੱਕ ਕੇ ਘੜੀਸ ਕੇ ਲੈ ਕੇ ਆਏ ਬਾਹਰ, ਫਿਰ ਉਸ ਤੋਂ ਬਾਅਦ ਉਹਨੂੰ ਲੈ ਕੇ ਗਏ। ਮੌਜੂਦਾ ਸਥਿਤੀ ਕੀ ਹੈਗੀ ਉਹਨਾਂ ਦੀ ਮੈਡੀਕਲ ਤੌਰ ਤੇ, ਡਾਕਟਰਸ ਕੀ ਕਹਿੰਦੇ? ਸਟੇਬਲ ਆ, ਉਹਨਾਂ ਦੇ ਟਾਂਕੇ ਲੱਗ ਗਏ ਆ, ਚੂਲਾ ਟੁੱਟਿਆ ਆ ਤੇ ਉਹਨਾਂ ਦਾ ਉਹ ਵੀ ਬੈਲਟ ਲੱਗ ਗਈ ਆ, ਤੇ ਥੋੜਾ ਜਿਹਾ ਲੈਗ ਦੇ ਵਿੱਚ ਵੀ, ਹਿਪ ਬੋਨ 'ਚ ਵੀ ਪ੍ਰੋਬਲਮ ਹੈਗੀ ਆ, ਤੇ ਸ਼ੋਲਡਰ ਦੇ ਵੀ ਕੋਈ ਹੈਗੀ ਆ, ਤੇ ਮਲਟੀਪਲ ਉਹਨਾਂ ਦੇ ਉਹ ਥੱਲੇ ਜਿਹਦੇ ਪੱਥਰਾਂ 'ਚ ਦਬ ਗਏ ਸੀਗੇ, ਹੋਰ ਮਲਟੀਪਲ ਵੂਨਡਸ ਵੀ ਹੈਗੇ ਆ। ਤੇ ਬਾਈ ਜੀ 1-2 ਲਾਸਟ ਸਵਾਲ ਨੇ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਪਿੱਛੇ ਕਿ ਕਚਹਿਰੀ ਦੇ ਵਿੱਚ ਐਡਾ ਵੱਡਾ ਹਾਦਸਾ ਹੋ ਜਾਂਦਾ, ਤੁਸੀਂ ਉੱਥੇ ਟੈਨਸ਼ਨ ਦੇ ਵਿੱਚ ਸੀ, ਪਰਿਵਾਰਕ ਮਾਹੌਲ ਗੱਲ ਕੀਤੀ ਹੋਣੀ, ਪਰਿਵਾਰ ਦਾ ਬੱਚੇ ਨੇ ਤੁਹਾਡੇ, ਉਹਨਾਂ ਨਾਲ ਗੱਲ ਕੀਤੀ ਹੋਣੀ, ਜਾਂ ਕੀ ਮਾਹੌਲ ਸੀ, ਕਿਸ ਤਰ੍ਹਾਂ ਦੀ ਦਹਿਸ਼ਤ ਪਰਿਵਾਰ ਪਿੱਛੇ ਚੱਲ ਰਿਹਾ ਸੀ? ਮੈਂ ਘਰੇ ਫੋਨ ਨਹੀਂ ਸੀ ਕੀਤਾ, ਕਿਉਂਕਿ ਅਸੀਂ ਉੱਧਰ ਜ਼ਿਆਦਾ ਬਿਜ਼ੀ ਹੋ ਗਏ ਸੀਗੇ। ਜਦੋਂ ਘਰਦਿਆਂ ਨੂੰ ਪਤਾ ਲੱਗਿਆ, ਘਰਦਿਆਂ ਨੂੰ 1:30 ਵਜੇ, ਮੇਰੇ ਖਿਆਲ 1:30 ਵਜੇ ਪਤਾ ਚੱਲਿਆ, ਉਦੋਂ ਉਹਨਾਂ ਦਾ ਫੋਨ ਆਇਆ ਤੇ ਉਹਨਾਂ ਨੂੰ ਇਹੀ ਦੱਸਿਆ ਵੀ ਅਸੀਂ ਆਪਣੇ ਦੋਸਤ ਦੇ ਨਾਲ ਖੜੇ ਆ, ਉਹਨੂੰ ਲੈ ਕੇ ਗਏ ਹੋਏ ਆ ਤੇ ਅਸੀਂ ਆਪਣਾ ਕੰਮ ਕਰ ਰਹੇ ਆ। ਤੇ ਮੇਰੇ ਘਰਦਿਆਂ ਨੇ ਵੀ ਇਹੀ ਗੱਲ ਕਹੀ ਵੀ ਪੁੱਤ, ਜਿਹਦੀ ਜਿੰਨੀ ਮਦਦ ਕਰ ਸਕਦੇ ਹੋ ਜ਼ਰੂਰ ਕਰਿਓ, ਤੇ ਕੋਈ ਕਦਮ ਪਿੱਛੇ ਨਾ ਰੱਖਿਓ, ਕਿਉਂਕਿ ਇੱਥੇ ਜਿਹੜਾ ਜਿਹਦਾ ਕਰ ਸਕਦਾ ਨਾ ਨਾਲ ਰਹਿ ਕੇ, ਉਹਦਾ ਹੀ ਮੁੱਲ ਪੈਣਾ। ਕਿਸੇ ਦੇ ਕਹਿੰਦੇ ਮੋਢਿਆਂ ਤੇ ਕੋਈ ਗੱਲ ਛੱਡ ਕੇ ਨਾ ਆਇਓ। ਮੇਰੇ ਘਰਦਿਆਂ ਨੇ ਮੈਨੂੰ ਆਹ ਗੱਲ ਦੀ ਦਲੇਰੀ ਦਿੱਤੀ ਸੀ। ਅੱਛਾ, ਤੁਸੀਂ ਆਪਣੇ ਦੋਸਤ ਦੀ, ਬਿਲਕੁਲ ਲਾਸਟ ਸਵਾਲ ਆ, ਤੁਸੀਂ ਆਪਣੇ ਦੋਸਤ ਦੀ ਜਿਹੜੀ ਆ ਹੈਲਪ ਕੀਤੀ, ਉਸ ਤੋਂ ਬਾਅਦ ਤੁਸੀਂ ਦੱਸਿਆ ਕਿ ਐਂਬੂਲੈਂਸ ਦੀ ਹਾਲਤ ਵੀ ਜ਼ਿਆਦਾ ਤਰਸਯੋਗ ਹੈਗੀ ਆ, ਜਿਹੜੀ ਵਕੀਲ ਭਾਈਚਾਰੇ ਨੂੰ ਪ੍ਰੋਵਾਈਡ ਜਿਹੜੀ ਆ ਕਰਵਾਈ ਗਈ ਆ। ਉਸ ਤੋਂ ਬਾਅਦ ਮੈਡੀਕਲ ਹੈਲਪ ਜਾਂ ਪੁਲਿਸ ਪ੍ਰਸ਼ਾਸਨ ਕਿੰਨੀ ਕੁ ਦੇਰ ਬਾਅਦ ਤੁਹਾਨੂੰ ਪਤਾ ਲੱਗਦਾ ਕਿ ਉੱਥੇ ਪਹੁੰਚ ਗਏ, ਉੱਥੇ ਜਿਹੜਾ ਬਚਾਅ ਕਾਰਜ ਨੇ ਜਾਂ ਹੋਰ ਸਥਿਤੀ ਨੂੰ ਕੰਟਰੋਲ ਕਰਨ ਦੇ ਵਿੱਚ ਜਿਹੜਾ ਪੁਲਿਸ ਪ੍ਰਸ਼ਾਸਨ ਆ, ਕਿੰਨੀ ਕੁ ਦੇਰ ਦੇ ਬਾਅਦ ਕੋਸ਼ਿਸ਼ਾਂ ਜਿਹੜੀਆਂ ਨੇ ਸ਼ੁਰੂ ਕਰਤੀਆਂ ਸੀ, ਕਦੋਂ ਕੁ ਪਹੁੰਚ ਜਾਣ? ਦੇਖੋ ਸਰ, ਜਦੋਂ ਉੱਥੇ ਬਲਾਸਟ ਹੋਇਆ ਤਕਰੀਬਨ 12:20 ਦੇ ਬਲਾਸਟ ਹੋਇਆ ਹੋਊਗਾ, ਤੇ ਅਸੀਂ 12:35 ਤੋਂ ਪਹਿਲਾਂ ਕਚਹਿਰੀ ਚੋਂ ਨਿਕਲ ਗਏ ਸੀਗੇ ਮਿਸਟਰ ਮੰਡ ਨੂੰ ਲੈ ਕੇ। 15 ਮਿੰਟ ਦੇ ਵਿੱਚ ਹਾਂ, 15 ਮਿੰਟ ਟੋਟਲ ਅਸੀਂ ਉਹਨੂੰ ਉੱਤੋਂ ਦੀ ਲੈ ਕੇ ਬਿਲਕੁਲ ਥੱਲੜੇ ਫਿਰੋਜ਼ ਗਾਂਧੀ ਵਾਲੇ ਗੇਟ ਤੱਕ ਲੈ ਕੇ ਗਏ, ਫਿਰ ਉੱਥੋਂ ਸਵਿਫਟ 'ਚ ਅਸੀਂ ਬਿਠਾਇਆ ਤੇ ਫਿਰ ਦਿਆਨੰਦ ਲੈ ਗਏ। ਉਨੀ ਦੇਰ ਦੇ ਵਿੱਚ ਕੋਈ ਪੁਲਿਸ ਜਾਂ ਹੋਰ ਮੈਡੀਕਲ ਟੀਮ ਕੋਈ ਪਹੁੰਚੀ ਹੋਵੇ? ਭਾਜੀ ਸਾਨੂੰ ਪਤਾ ਹੀ ਨਹੀਂਗਾ, ਕਿਉਂਕਿ ਅਸੀਂ ਤਾਂ ਇਹਨੂੰ ਮੌਕੇ ਤੋਂ ਹੀ ਚੱਕ ਲਿਆ। ਜਦੋਂ ਅਸੀਂ ਇਹਨੂੰ ਚੱਕਿਆ ਉੱਥੇ ਮਿੱਟੀ ਤੇ ਪੋਟਾਸ਼ ਦੀ ਇੰਨੀ ਸਮੈਲ ਆ ਰਹੀ ਸੀਗੀ ਕਿ ਇੱਕ ਬੰਦੇ ਨੂੰ ਦੂਜਾ ਬੰਦਾ ਨਹੀਂ ਸੀ ਦਿਖ ਰਿਹਾ। ਉਹ ਤਾਂ ਮੈਂ ਪਹਿਲਾਂ ਦੇਖਿਆ ਹੋਇਆ ਸੀਗਾ, ਮੈਂ ਕਿਹਾ ਵੀ ਇੱਥੇ ਮੰਡ ਜਾ ਰਿਹਾ ਸੀ, ਮੈਂ ਕਿਹਾ ਉਹ ਮਲਬੇ 'ਚ ਦਬ ਗਿਆ। ਹਾਂ, ਮੈਂ ਤਾਂ ਉਹਨੂੰ ਉੱਥੋਂ ਦੀ ਕੱਢ ਲਿਆ, ਤੇ ਜੇ ਨਾ ਕੱਢਦਾ ਤਾਂ ਫਿਰ 10-15 ਮਿੰਟ, ਅੱਧਾ ਘੰਟਾ ਤਾਂ ਧੂੜ ਮਿੱਟੀ ਨਹੀਂ ਸੈੱਟ ਹੋਈ ਉੱਥੇ। ਅੱਛਾ ਵਕੀਲ ਸਾਹਿਬ, ਤੁਹਾਡੀ ਇਹਨਾਂ ਗੱਲਾਂ ਤੋਂ ਇੱਕ ਸਵਾਲ ਹੋਰ ਜ਼ਿਹਨ ਦੇ ਵਿੱਚ ਆਉਂਦਾ ਕਿ ਰੋਜ਼ ਕਚਹਿਰੀ ਜਾਂਦੇ ਹੋ ਤੁਸੀਂ, ਉੱਥੇ ਦੇ ਚੰਗੇ ਮਾੜੇ ਬੰਦੇ ਤੋਂ ਜ਼ਿਆਦਾਤਰ ਵਾਕਫ ਕਹਿੰਦੇ ਨੇ ਹੋ ਜਾਂਦੇ ਨੇ ਵਕੀਲ ਸਾਹਿਬ ਜਿਹੜੇ ਵੀ ਕਚਹਿਰੀ ਜਾਂਦੇ ਨੇ। ਕੁਝ ਉਸ ਏਰੀਏ ਦੇ ਵਿੱਚ ਤੁਸੀਂ ਮੌਜੂਦ ਸੀ ਜਿੱਥੇ ਬਲਾਸਟ ਹੋਇਆ, ਤੁਸੀਂ ਉੱਥੇ ਆਸ-ਪਾਸ ਆਪਣੇ ਕੁਝ ਇਦਾਂ ਦਾ ਮਾਹੌਲ ਦੇਖਿਆ ਹੋਵੇ, ਕੁਝ ਇਦਾਂ ਦਾ ਸ਼ੱਕੀ ਵਿਅਕਤੀ ਦੇਖਿਆ ਹੋਵੇ ਜਿਹਨੂੰ ਦੇਖ ਕੇ ਲੱਗਿਆ ਹੋਵੇ ਕਿ ਯਾਰ ਕੋਈ ਨਾ ਕੋਈ ਅਣਹੋਣੀ ਘਟਨਾ ਜਿਹੜੀ ਹੋ ਸਕਦੀ ਹੈ, ਤੁਸੀਂ ਦਿਮਾਗ ਦੇ ਵਿੱਚ ਕਦੇ ਇਹ ਆਇਆ ਹੋਵੇ? ਨਹੀਂ ਜੀ, ਮੈਂ ਤਾਂ ਤੁਹਾਨੂੰ ਦੱਸ ਰਿਹਾ,
ਜਦੋਂ ਹਾਦਸਾ ਹੋਇਆ ਹੈ ਉਸ ਤੋਂ 3-4 ਮਿੰਟ ਪਹਿਲਾਂ ਅਸੀਂ ਆਪਣਾ ਕਾਫੀ ਪੀ ਕੇ ਆਰਾਮ ਨਾਲ ਆ ਰਹੇ ਸੀਗੇ। ਸਾਡੇ ਦੋਸਤ ਹੈਗੇ ਸ਼ਰਵਨ ਸਹਿਗਲ ਭਾਜੀ, ਉਹਨਾਂ ਦੇ ਚੈਂਬਰ 'ਚ ਬੈਠੇ ਸੀਗੇ। ਇਲੈਕਸ਼ਨਾਂ ਖਤਮ ਹੋਈਆਂ ਸੀਗੀਆਂ ਤੇ ਉਧਰ ਉਹਨਾਂ ਦੇ ਚੈਂਬਰ 'ਚ ਬੈਠ ਕੇ ਕਾਫੀ ਪੀਤੀ ਹੈ। ਕਾਫੀ ਪੀ ਕੇ ਬਾਅਦ ਜਦੋਂ ਆਪਣੇ ਚੈਂਬਰ ਵੱਲ ਨੂੰ ਜਾ ਰਿਹਾ ਸੀਗਾ, ਰਸਤੇ 'ਚ ਕੰਮ ਹੋ ਗਿਆ। ਮਤਲਬ ਕੋਈ ਇਦਾਂ ਦਾ ਸ਼ੱਕੀ ਵਿਅਕਤੀ ਜਾਂ ਕੋਈ ਕੁਝ ਨਹੀਂ ਇਦਾਂ ਦਾ ਤੁਹਾਨੂੰ ਕੋਈ ਅਹਿਸਾਸ ਵੀ ਨਹੀਂ ਹੋਇਆ ਸੀ ਕਿ ਇਸ ਤਰ੍ਹਾਂ ਦਾ ਹੋ ਸਕਦਾ? ਨਹੀਂ ਭਾਜੀ, ਕਦੇ ਜ਼ਿੰਦਗੀ ਸੋਚਿਆ ਹੀ ਨਹੀਂ ਸੀਗਾ ਕਿ ਸਾਡੀ ਕਚਹਿਰੀ 'ਚ ਕਦੇ ਬੰਬ ਫਟੂਗਾ। ਕਦੇ ਕੋਈ ਬੰਦਾ ਸੋਚਦਾ? ਕੋਈ ਬੰਦਾ ਨਹੀਂ ਸੋਚਦਾ ਭਾਜੀ ਕਿ ਮੇਰੇ ਏਰੀਆ 'ਚ ਜਾਂ ਮੇਰੇ ਕੰਮ ਵਾਲੀ ਜਗ੍ਹਾ ਤੇ ਬੰਬ ਫਟੂਗਾ। ਇਹ ਗੱਲ ਕਿਸੇ ਦੇ ਦਿਮਾਗ 'ਚ ਹੀ ਨਹੀਂ ਆਉਂਦੀ। ਬਹੁਤ ਸ਼ੁਕਰੀਆ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕਰਨ ਲਈ। ਸੋ ਦੋਸਤੋ, ਐਡਵੋਕੇਟ ਸਾਹਿਬ ਦੇ ਨਾਲ ਜਿਹੜੇ ਇਸ ਘਟਨਾ ਦੇ ਚਸ਼ਮਦੀਦ ਗਵਾਹ ਨੇ, ਜਿਨ੍ਹਾਂ ਨੇ ਬਹਾਦਰੀ ਦਾ ਆਪਣਾ ਮੁਜ਼ਾਹਰਾ ਕਰਦੇ ਹੋਏ, ਬਹਾਦਰੀ ਪੇਸ਼ ਕਰਦੇ ਹੋਏ ਆਪਣੇ ਸਾਥੀ ਦੋਸਤ ਨੂੰ, ਆਪਣੇ ਐਡਵੋਕੇਟ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਪਹੁੰਚਾਇਆ। ਇਹਨਾਂ ਦੇ ਦੱਸਣ ਮੁਤਾਬਕ ਜੇਕਰ ਸਿਕਿਉਰਿਟੀ ਅਰੇਂਜਮੈਂਟ ਜਿਹੜੇ ਨੇ ਸਹੀ ਤਰੀਕੇ ਦੇ ਹੁੰਦੇ ਕਚਹਿਰੀ ਦੇ ਵਿੱਚ, ਹੋ ਸਕਦਾ ਹੈ ਜਿਹੜਾ ਐਡਾ ਵੱਡਾ ਹਾਦਸਾ ਹੈ ਉਹ ਨਾ ਹੁੰਦਾ। ਜੇਕਰ IB ਦੇ ਅਲਰਟ ਤੋਂ ਬਾਅਦ ਸਰਕਾਰ ਨੇ ਮੁਸ਼ਤੈਦੀ ਵਰਤੀ ਹੁੰਦੀ ਜਾਂ ਪੁਲਿਸ ਨੇ ਮੁਸ਼ਤੈਦੀ ਵਰਤੀ ਹੁੰਦੀ ਤਾਂ ਹੋ ਸਕਦਾ ਕਿ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਦਹਿਸ਼ਤ ਵਰਗਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਨਾ ਬਣਦਾ। ਲੋੜ ਆ ਪੁਲਿਸ ਪ੍ਰਸ਼ਾਸਨ ਨੂੰ, ਲੋੜ ਆ ਸਰਕਾਰਾਂ ਨੂੰ, ਲੋੜ ਆ ਏਜੰਸੀਜ਼ ਨੂੰ ਇਹਨਾਂ ਦੇ ਉੱਪਰ ਲਗਾਮ ਕੱਸਣ ਦੀ, ਸਿਕਿਉਰਿਟੀ ਅਰੇਂਜਮੈਂਟ ਇੱਦਾਂ ਦੀਆਂ ਭੀੜ ਭਾੜ ਵਾਲੀਆਂ ਜਗ੍ਹਾਵਾਂ ਦੇ ਵਿੱਚ ਦੁਰਸਤ ਕਰਨ ਦੀ, ਤਾਂ ਜੋ ਇੱਦਾਂ ਦੇ ਹਾਦਸੇ ਅੱਗੇ ਤੋਂ ਹੁਣ ਰੋਕੇ ਜਾ ਸਕਣ। ਵਕੀਲ ਸਾਹਿਬ ਦੇ ਨਾਲ ਆਸ ਕਰਦੇ ਹਾਂ ਤੁਹਾਨੂੰ ਸਾਡੀ ਇਹ ਮੁਲਾਕਾਤ ਪਸੰਦ ਆਈ ਹੋਊਗੀ। ਅਗਲੀ ਅਪਡੇਟ ਲੈ ਕੇ ਬਹੁਤ ਜਲਦੀ ਤੁਹਾਡੇ ਤੱਕ ਪਹੁੰਚਦੇ ਹਾਂ। ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ। ਪ੍ਰਾਈਡ ਪੰਜਾਬ TV ਦੇਖਦੇ ਰਹੋ। ਬਹੁਤ ਬਹੁਤ ਸ਼ੁਕਰੀਆ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ TV ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ TV ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।